हालेलुया। मेरे वालों सारे भैन भरा जय मसीह दी। प्यारे प्रभु जी की किरपा दे नाल और तुहाडी प्रार्थना दे नाल परमेश्वर ने अज सानू इकट्ठे किया कि अज असीं पितर वचन के जरिए सीख सकीए। हालेलुया। आओ आपां छोटी प्रार्थना करते हैं। प्रभु जी राजा जी, पितर आत्मा जी, स्वर्गीय पिता जी, तुहाडा धन्नवाद करते हैं। अज दे वचन तुसीं सानू सिखाओ। अज दा वचन साडे पैरां दी पर साडे रस्ते चानन होवे। जिन्ने मेरे भैन भरा इस मीडिया के जरिए प्रोग्राम देखण, उन्हां दी जिंदगी सेव न रहे। पितर आत्मा जी साडी सहायता करो। असीं अपने तुहाडे सामर्थी हत्थां दिंदे हां। विरोधी की हर ताकत नूं, हर अनगुंगी वाली शक्ति नूं जिस तरह तुहाडे पाप दे बंधन ने तुहाडे नाम डालदे आउट इन द माइटी नेम ऑफ जीसस क्राइस्ट। हालेलुया। सो मेरे वालों सारे भैन भरा जय मसीह दी। अज आपां देखदे हां, अज दा टॉपिक आ विश्वास करने वाले दे नाल सब कुछ हो सकता है। अज आपां देखदे हां पितर वचन मरकुस 9वां अध्याय 14 तो लैके 29 तक। इहदे विच आपां ये देखदे हां कि एक पिता आ, उहदा पुत्तर आ ते ओह प्रभु यीशु दे जिथे वो हुंदे आ उन्हां उत्थे जांदे आ ते उहदे विच आपां देखदे हां कि प्रभु यीशु दे चेले उत्थे हुंदे आ ते जदों ਉਹ इंसान ते ਉਹਦਾ मुंडा ਜਦੋਂ ਉਹ ਚੇਲਿਆਂ ਕੋਲ ਆਉਂਦੇ ਆ ਤੇ ਉਹ ਦੱਸਦਾ ਆ ਕਿ ਇਹਨਾਂ ਨੂੰ ਠੀਕ ਕਰਨ, ਪਰ ਉਹ ਠੀਕ ਨਹੀਂ ਕਰ ਸਕੇ ਕਿਉਂਕਿ ਉਹਨਾਂ ਦੇ ਵਿੱਚ ਨੇਚਾ ਘੱਟ ਸੀ, ਪ੍ਰਾਰਥਨਾ ਘੱਟ ਸੀ। ਤੇ ਉਹ ਜਿਹੜਾ ਜੋ ਲੜਕੇ ਦਾ ਪਿਤਾ ਆ ਉਹਨਾਂ ਨਾਲ ਜਿੱਦਾਂ ਬੈਂਸਣ ਲੱਗ ਪੈਂਦਾ ਆ। ਜਦੋਂ ਇਹ ਆਵਾਜ਼ ਸੁਣ ਕੇ ਜਦੋਂ ਪ੍ਰਭੂ ਯੀਸ਼ੂ ਆਉਂਦੇ ਆ, ਦੇਖਦੇ ਆ, ਪੁੱਛਦੇ ਆ ਕੀ ਗੱਲ ਹੋਈ, ਤੇ ਉਹ ਕਹਿੰਦਾ ਆ ਕਿ ਪ੍ਰਭੂ ਯੀਸ਼ੂ ਜੀ, ਮੈਂ ਤੁਹਾਡੇ ਚੇਲਿਆਂ ਨੂੰ ਕਿਹਾ ਸੀ ਕਿ ਮੇਰੇ ਬੇਟੇ ਨੂੰ ਚੰਗਾ ਕਰ ਦਿਓ, ਪਰ ਇਹ ਚੰਗਾ ਨਹੀਂ ਕਰ ਪਾਏ। ਤੇ ਪਰਮੇਸ਼ਵਰ ਨੇ ਕਿਹਾ ਕਿ ਹੇ ਘੱਟ ਵਿਸ਼ਵਾਸ ਵਾਲਿਓ, ਹੇ ਪੀੜ੍ਹੀ ਵਾਲਿਓ, ਮੈਂ ਕਦੋਂ ਤੱਕ ਤੁਹਾਡੀ ਸਵਾਂਗਾ, ਕਦੋਂ ਤੱਕ ਤੁਹਾਡੇ ਸਵਾਂਗਾ। ਤੇ ਪਰਮੇਸ਼ਵਰ ਨੇ ਉਸ ਨੂੰ ਬੁਲਾਇਆ ਤੇ ਪਰਮੇਸ਼ਵਰ ਨੇ ਉਸ ਇਨਸਾਨ ਦੇ ਨਾਲ ਗੱਲਬਾਤ ਕੀਤੀ। ਤੇ ਆਪਾਂ ਦੇਖਦੇ ਹਾਂ ਕਿ ਉਸ ਨੂੰ ਰੋਕ ਕੀ ਆ। ਵਰਸ 17 ਦੇ ਵਿੱਚ ਲਿਖਿਆ ਆ, ਤਾਂ ਭੀੜ ਵਿੱਚੋਂ ਇੱਕ ਨੇ ਉਹਨੂੰ ਉੱਤਰ ਦਿੱਤਾ, ਗੁਰੂ ਜੀ, ਮੈਂ ਆਪਣਾ ਪੁੱਤਰ ਜਿਹਨੂੰ ਗੂੰਗੀ ਰੂਹ ਚਿੰਬੜੀ ਹੋਈ ਹੈ ਤੇਰੇ ਕੋਲ ਲਿਆਇਆ। ਉਹ ਹੁਣ ਆਪਾਂ ਵੀ ਇਹਦੇ ਵਿੱਚ ਦੇਖਦੇ ਹਾਂ ਕਿ ਉਹਦਾ ਜੋ ਬੇਟਾ ਆ ਉਹਨੂੰ ਗੂੰਗੀ ਰੂਹ, ਬਦਰੂ ਸ਼ੈਤਾਨ ਦੀ ਚੁੰਬੜੀ ਹੋਈ ਆ, ਔਰ ਉਹ ਜਿੱਥੇ ਕਿਤੇ ਉਸ ਨੂੰ ਫੜਦੀ ਹੈ ਉਸ ਨੂੰ ਭਟਕਾ ਦਿੰਦੀ ਹੈ ਅਤੇ ਉਹ ਝੱਗ ਛੱਡਦਾ ਅਤੇ ਦੰਦ ਪੀਂਦਾ ਅਤੇ ਸੁੱਕਦਾ ਜਾਂਦਾ ਹੈ। ਔਰ ਮੈਂ ਤੇਰੇ ਚੇਲਿਆਂ ਨੂੰ ਕਿਹਾ ਸੀ ਜੋ ਉਹ ਉਸ ਨੂੰ ਕੱਢ ਦੇਣ, ਪਰ ਉਹ ਕੱਢ ਨਾ ਸਕੇ। ਉਹ ਕੀ ਕਰਦਾ ਆ, ਮੁੰਡੇ ਦੇ ਵਿੱਚ ਝੱਗ ਛੱਡਦਾ ਆ, ਦੰਦ ਪੀਂਦਾ ਅਤੇ ਸੁੱਕਦਾ ਜਾਂਦਾ ਆ। ਸੋ ਇਹ ਇੱਕ ਮਿਰਗੀ ਦੀ ਬਿਮਾਰੀ ਆ। ਮਿਰਗੀ ਦੀ ਬਿਮਾਰੀ ਆਪਾਂ ਕਈ ਵਾਰ ਦੇਖਦੇ ਹਾਂ ਕਿ ਜਦੋਂ ਆਪਾਂ ਕਈ ਲੋਕ ਜਦੋਂ ਠੀਕ ਨਹੀਂ ਹੁੰਦੇ, ਜਦੋਂ ਉਹ ਹੋਸਪਿਟਲ ਜਾਂਦੇ ਆ, ਹੋਸਪਿਟਲ ਜਾ ਕੇ ਆਪਣੇ ਐਕਸਰੇ ਕਰਾਉਂਦੇ ਆ। ਜਦੋਂ ਉਹ ਐਕਸਰੇ ਕਰਾਉਂਦੇ ਆ, ਐਕਸਰੇ ਦੇ ਵਿੱਚ ਕੋਈ ਬਿਮਾਰੀ ਨਹੀਂ ਆਉਂਦੀ। ਉਹ ਕਈ ਵਾਰ ਸ਼ੈਤਾਨ ਦੀਆਂ ਦੁਸ਼ਟ ਆਤਮਾ ਉਸ ਇਨਸਾਨ ਨੂੰ ਚੁੰਬੜੀਆਂ ਹੁੰਦੀਆਂ, ਇਸ ਕਰਕੇ ਉਹ ਐਕਸਰੇ ਵਿੱਚ ਉਹ ਬਿਮਾਰੀ ਨਹੀਂ ਆਉਂਦੀ। ਇਸੇ ਤਰ੍ਹਾਂ ਹੀ ਕੀ ਸੀ, ਇੱਕ ਗੂੰਗੀ ਰੂਹ ਚਿੰਬੜੀ ਹੋਈ ਸੀਗੀ ਤੇ ਉਹ ਬੱਚੇ ਦਾ ਬਹੁਤ ਬੁਰਾ ਹਾਲ ਕਰਦੀ ਸੀ। ਤੇ ਆਪਾਂ ਦੇਖਦੇ ਹਾਂ ਕਿ ਪਰਮੇਸ਼ਵਰ ਨੇ ਕੀ ਕੀਤਾ। ਵਰਸ 22 ਦੇ ਵਿੱਚ ਲਿਖਿਆ, ਅਤੇ ਕਈ ਵਾਰੀ ਉਸ ਨੇ ਇਹਨੂੰ ਅੱਗ ਵਿੱਚ, ਉਹ ਜਿਹੜੀ ਦੁਸ਼ਟ ਆਤਮਾ ਆ ਉਸ ਬੱਚੇ ਨੂੰ ਕਈ ਵਾਰ ਅੱਗ ਵਿੱਚ, ਕਈ ਵਾਰ ਪਾਣੀ ਵਿੱਚ ਵੀ ਸੁੱਟਦੀ ਆ ਵੀ ਇਹਦਾ ਨਾਸ ਕਰੇ। ਪਰ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਸਾਡੇ ਉੱਤੇ ਤਰਸ ਖਾ ਕੇ ਸਾਡੀ ਸਹਾਇਤਾ ਕਰੋ। ਉਹ ਕੀ ਕਹਿੰਦਾ ਕਿ ਕਈ ਵਾਰ ਅੱਗ ਵਿੱਚ ਸਿੱਟਦੀ ਹੈ, ਕਈ ਵਾਰ ਪਾਣੀ ਸਿੱਟਦੀ ਆ। ਮੇਰੇ ਭੈਣੋਂ ਤੇ ਭਰਾਵੋ, ਜੋ ਸ਼ੈਤਾਨ ਆ ਉਹ ਨਹੀਂ ਚਾਹੁੰਦਾ ਕਿ ਅਸੀਂ ਪਰਮੇਸ਼ਵਰ ਦੇ ਨਾਲ ਜੁੜੀਏ। ਉਹ ਨਹੀਂ ਚਾਹੁੰਦਾ ਕਿ ਅਸੀਂ ਚੰਗੇ ਹੋਈਏ। ਕਈ ਵਾਰ ਸਾਡੇ ਪਾਪ ਸਾਡੀ ਬਿਮਾਰੀ ਬਣ ਜਾਂਦੇ ਆ। ਇੱਕ, ਪਾਪਾਂ ਨੂੰ ਮਾफ़ ਕਰਨਾ, ਮਾफ़ੀ ਦੇਣਾ। ਇੱਕ, ਪਾਪਾਂ ਦੀ ਮਾफ़ੀ ਮੰਗਣੀ। ਇਹ ਬਹੁਤ ਜ਼ਰੂਰੀ ਆ। ਕਈ ਵਾਰ ਆਪਾਂ ਕਈਆਂ ਨੂੰ ਮਾफ़ ਨਹੀਂ ਕਰਦੇ, ਉਦੋਂ ਵੀ ਕਈ ਵਾਰ ਸਾਡੇ ਜੋ ਰੋਗ ਆ ਉਹ ਸਾਡੀ ਜ਼ਿੰਦਗੀ ਬਣੇ ਰਹਿੰਦੇ ਆ। ਇੱਕ, ਕਈ ਵਾਰ ਆਪਾਂ ਜਿਹੜੀ ਕੋਈ ਸਾਡੇ ਤੋਂ ਮਾफ़ੀ ਮੰਗਦਾ, ਅਸੀਂ ਉਹਨੂੰ ਮਾफ़ ਨਹੀਂ ਕਰਦੇ, ਉਹਦੇ ਵਿੱਚ ਵੀ ਸਾਡੇ ਕੀ ਹੋ ਜਾਂਦੇ ਆ, ਰੋਗ
ਸਹੀ ਨਹੀਂ ਹੁੰਦੇ। ਇਹਦੇ ਵਿੱਚ ਆਪਾਂ ਦੇਖਦੇ ਹਾਂ 3ਵੀਂ ਲਾਈਨ ਵਿੱਚ ਯੀਸ਼ੂ ਨੇ ਉਹਨੂੰ ਆਖਿਆ, ਜੇ ਤੁਸੀਂ ਕਰ ਸਕਦੇ ਹੋ, ਪ੍ਰਤੀਤ ਕਰਨ ਵਾਲੇ ਦੇ ਲਈ ਸਭ ਕੁਝ ਹੋ ਸਕਦਾ ਆ। ਪਰਮੇਸ਼ਰ ਪ੍ਰਭੂ ਯੀਸ਼ੂ ਨੇ ਕਿਹਾ, ਜੇ ਤੁਸੀਂ ਕਰ ਸਕਦੇ ਆ, ਕੀ ਕਰ ਸਕਦੇ ਆ? ਜੇ ਤੁਸੀਂ ਕਰ ਸਕਦੇ ਹੋ, ਵਿਸ਼ਵਾਸ ਕਰੋ ਤਾਂ ਤੁਹਾਡੇ ਲਈ ਸਭ ਕੁਝ ਹੋ ਸਕਦਾ ਆ। ਪਰ ਇਹ 'ਚ ਆਪਾਂ ਦੇਖਦੇ ਹਾਂ 24ਵੀਂ ਲਾਈਨ 'ਚ ਲਿਖਿਆ, ਉਸੇ ਵੇਲੇ ਉਸ ਬਾਲਕ ਦੇ ਪਿਓ ਉੱਚੀ ਆਵਾਜ਼ ਨਾਲ ਕਹਿਣ ਲੱਗਾ, ਮੈਂ ਪ੍ਰਤੀਤ ਕਰਦਾ ਹਾਂ, ਤੁਸੀਂ ਮੇਰੀ ਬੇਪ੍ਰਤੀਤੀ ਦਾ ਉਪਾਅ ਕਰੋ। ਸੋ ਕਹਿਣ ਦਾ ਮਤਲਬ ਇਹ ਆ ਕਿ ਉਹਦੇ ਪੇ ਦੇ ਵਿੱਚ ਬੇਪ੍ਰਤੀਤੀ ਸੀ। ਹੋ ਸਕਦਾ ਉਹਦੇ ਵਿੱਚ ਨਹੀਂ ਵਿਸ਼ਵਾਸ ਸੀ, ਸੋਚਦਾ ਹੋਊਗਾ ਕੀ ਪਤਾ ਮੇਰੇ ਪੁੱਤਰ ਨੇ ਚੰਗਾ ਹੋਣਾ ਜਾਂ ਨਹੀਂ ਹੋਣਾ। ਅਤੇ ਫਿਰ ਉਹਨੇ ਕੀ ਕਿਹਾ? ਉਹ ਕਹਿੰਦਾ, ਉਸੇ ਵੇਲੇ ਉਸ ਬਾਲਕ ਦੇ ਪਿਓ ਉੱਚੀ ਆਵਾਜ਼ ਨਾਲ ਕਹਿਣ ਲੱਗਾ, ਮੈਂ ਪ੍ਰਤੀਤ ਕਰਦਾ ਹਾਂ, ਕਹਿੰਦਾ ਮੈਂ ਵਿਸ਼ਵਾਸ ਕਰਦਾ ਹਾਂ, ਤੁਸੀਂ ਮੇਰੀ ਬੇਪ੍ਰਤੀਤੀ ਦਾ ਕੀ ਕਰੋ? ਉਪਾਅ ਕਰੋ ਕਿ ਮੈਂ ਵਿਸ਼ਵਾਸ ਕਰਦਾ, ਮੈਂ ਪੂਰਾ ਵਿਸ਼ਵਾਸ ਕਰਾਂ ਤਾਂ ਕਿ ਮੇਰੇ ਬੱਚੇ ਦੀ ਪੂਰੀ ਹੀਲਿੰਗ ਹੋਵੇ। ਹਾਲੇਲੂਇਆ, ਕੰਪਲੀਟ ਹੀਲਿੰਗ ਹੋਵੇ। ਮੇਰੇ ਬੇਪ੍ਰਤੀਤੀ ਦਾ ਉਪਾਅ ਕਰੋ ਕਿ ਮੈਂ ਵਿਸ਼ਵਾਸ ਪੂਰਾ ਕਰਾਂ। ਹਾਲੇਲੂਇਆ। ਵਰਸ 26 ਵਿੱਚ ਲਿਖਿਆ, ਤਾਂ ਉਹ ਚੀਕ ਮਾਰ ਕੇ ਔਰ ਉਸ ਨੂੰ ਬਹੁਤ ਮਰੋੜ ਮਰਾੜ ਕੇ ਉਸ ਵਿੱਚੋਂ ਨਿਕਲ ਗਈ ਅਤੇ ਉਹ ਬਾਲਕ ਮੁਰਦਾ ਜਿਹਾ ਹੋ ਗਿਆ। ਇੱਥੋਂ ਤੋੜੀ ਜੋ ਬਹੁਤਿਆਂ ਨੇ ਆਖਿਆ ਉਹ ਮਰ ਗਿਆ। ਪਰ ਯੀਸ਼ੂ ਨੇ ਉਹਦਾ ਹੱਥ ਫੜ ਕੇ ਉਹਨੂੰ ਉਠਾ ਲਿਆ ਅਤੇ ਉਹ ਉੱਠ ਖੜਾ ਹੋਇਆ। ਆਪਾਂ ਇਹ ਦੇਖਦੇ ਹਾਂ ਕਿ ਉਸ ਵੇਲੇ ਬਹੁਤ ਵੱਡਾ ਮਿਰਾਕਲ ਹੋਇਆ ਕਿ ਉਹ ਜੋ ਬੱਚਾ ਸੀ, ਉਹ ਬਚਪਨ ਤੋਂ ਹੀ, ਆਪਾਂ ਦੇਖਦੇ ਹਾਂ ਵਰਸ 21 ਵਿੱਚ ਲਿਖਿਆ, ਉਸ ਨੇ ਉਹਦੇ ਪਿਓ ਨੂੰ ਪੁੱਛਿਆ, ਕਿੰਨੇ ਕੁ ਚਿਰ ਤੋਂ ਇਹ ਉਸ ਨੂੰ ਹੋਇਆ? ਉਹ ਬੋਲਿਆ, ਛੋਟੇ ਹੁੰਦਿਆਂ ਹੀ ਤੋਂ। ਸੋ ਕਹਿੰਦਾ ਮਤਲਬ ਜੋ ਬੱਚਾ ਸੀ, ਛੋਟੀ ਉਮਰ ਤੋਂ ਲੈ ਕੇ ਜਿੰਨੀ ਉਹਦੀ ਉਮਰ ਬੀਤੀ ਸੀ, ਉਹ ਰੋਗ ਦੇ ਵਿੱਚ ਪਤਾ ਨਹੀਂ ਕਿੰਨੇ ਸਾਲ ਰੋਗ ਦੇ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਸੀ। ਹਾਲੇਲੂਇਆ। ਜਦੋਂ ਇਹ ਸਾਰੀ ਵਾਰਤਾਲਾਪ ਹੋਈ, ਉਸ ਤੋਂ ਬਾਅਦ ਕੀ ਹੋਇਆ? ਜਦੋਂ ਪ੍ਰਭੂ ਯੀਸ਼ੂ ਘਰ ਗਿਆ ਅਤੇ ਉਹਦੇ ਚੇਲੇ ਕਹਿਣ ਲੱਗੇ ਕਿ ਪ੍ਰਭੂ ਯੀਸ਼ੂ ਜੀ, ਸਾਡੇ ਕੋਲ ਉਹ ਬੱਚਾ ਚੰਗਿਆਈ ਕਿਉਂ ਨਹੀਂ ਲੈ ਪਾਇਆ? ਅਤੇ ਪਰਮੇਸ਼ਵਰ ਨੇ ਕਿਹਾ, ਹਾਲੇਲੂਇਆ, ਆਪਾਂ ਦੇਖਦੇ ਹਾਂ ਵਰਸ 29 'ਚ ਲਿਖਿਆ, ਉਸਨੇ ਉਹਨੂੰ ਕਿਹਾ ਕਿ ਇਸ ਪ੍ਰਕਾਰ ਦੀ ਪ੍ਰਾਰਥਨਾ ਬਿਨਾਂ ਕਿਸੇ ਹੋਰ ਤਰ੍ਹਾਂ ਨਹੀਂ ਨਿਕਲ ਸਕਦੀ। ਸੋ ਕਹਿਣ ਦਾ ਮਤਲਬ ਉਹ ਜਿਹੜੀ ਬਦਰੂ ਸੀ, ਜੋ ਪਰਮੇਸ਼ਵਰ ਦੀ ਜੋ ਲਾਈਫ ਹੁੰਦੀ ਸੀ, ਪ੍ਰਭੂ ਯੀਸ਼ੂ ਦੀ ਲਾਈਫ ਪ੍ਰੇਅਰਫੁਲ ਲਾਈਫ ਸੀ। ਜਦੋਂ ਉਹ ਕੋਈ ਵੀ ਬਦਰੂ ਨੂੰ ਡਾਂਟਦਾ ਸੀ ਅਤੇ ਜਿਹੜੀਆਂ ਬਦਰੂਆਂ ਉਹ ਕਹਿੰਦੀਆਂ ਸੀ, ਤੂੰ ਪਰਮੇਸ਼ਵਰ ਦਾ ਪੁੱਤਰ ਆ। ਜਦੋਂ ਸੰਤ ਪੌਲੁਸ ਡਾਂਟਦਾ ਸੀਗਾ ਬਦਰੂਆਂ ਨੂੰ, ਉਹ ਕਹਿੰਦੀਆਂ ਸੀ, ਤੂੰ ਪੌਲੁਸ ਆ। ਜਿਹੜੀਆਂ ਦੁਸ਼ਟ ਆਤਮਾ ਨੂੰ ਕਿੱਦਾਂ ਪਤਾ ਲੱਗ ਜਾਂਦਾ ਸੀ ਕਿ ਇਹ ਪੌਲੁਸ ਆ, ਅਤੇ ਜਿਹੜੀਆਂ ਦੁਸ਼ਟ ਆਤਮਾ ਨੂੰ ਕਿੱਦਾਂ ਪਤਾ ਲੱਗ ਜਾਂਦਾ ਸੀ ਕਿ ਇਹ ਪਰਮੇਸ਼ਵਰ ਦਾ ਪੁੱਤਰ ਪ੍ਰਭੂ ਯੀਸ਼ੂ ਆ? ਕਿਉਂਕਿ ਜੋ ਪ੍ਰਭੂ ਯੀਸ਼ੂ ਦੀ ਲਾਈਫ ਸੀ, ਪ੍ਰੇਅਰਫੁਲ ਲਾਈਫ ਸੀ, ਪ੍ਰਾਰਥਨਾ ਭਰੀ ਲਾਈਫ ਸੀ। ਔਰ ਜਦੋਂ ਉਹ ਡਾਂਟਦੇ ਸੀ, ਦੁਸ਼ਟ ਆਤਮਾ ਉਸੇ ਵੇਲੇ ਉਸ ਇਨਸਾਨ ਤੋਂ ਛੱਡ ਕੇ ਨਿਕਲ ਜਾਂਦੀਆਂ ਸੀ। ਹਾਲੇਲੂਇਆ। ਆਪਾਂ ਦੇਖਦੇ ਹਾਂ ਵਰਸ 25 ਵਿੱਚ ਲਿਖਿਆ, ਤਾਂ ਯੀਸ਼ੂ ਨੇ ਵੇਖਿਆ ਕਿ ਲੋਕ ਦੌੜ ਇਕੱਠੇ ਹੁੰਦੇ ਜਾਂਦੇ ਹਨ, ਤਾਂ ਉਹਨੇ ਪ੍ਰਿਸ਼ਟ ਰੂਹ ਨੂੰ ਝਿੜਕਿਆ ਅਤੇ ਉਸ ਨੂੰ ਕਿਹਾ, ਹੇ ਗੂੰਗੀ ਬੋਲੀ ਰੂਹ, ਮੈਂ ਤੈਨੂੰ ਹੁਕਮ ਕਰਦਾ ਹਾਂ, ਜੋ ਇਸ ਵਿੱਚੋਂ ਨਿਕਲ ਜਾ ਅਤੇ ਫਿਰ ਕਦੇ ਇਸ ਵਿੱਚ ਨਾ ਵੜੀ। ਤਾਂ ਉਹ ਚੀਕ ਮਾਰ ਕੇ ਔਰ ਉਸ ਨੂੰ ਬਹੁਤ ਮਰੋੜ ਮਰਾੜ ਕੇ ਉਸ ਵਿੱਚੋਂ ਨਿਕਲ ਗਈ ਅਤੇ ਉਹ ਬਾਲਕ ਮੁਰਦਾ ਜਿਹਾ ਹੋ ਗਿਆ। ਇੱਥੋਂ ਤੋੜੀ ਜੋ ਬਹੁਤੋਂ ਨੇ ਆਖਿਆ ਉਹ ਮਰ ਗਿਆ ਹੈ। ਪਰ ਯੀਸ਼ੂ ਨੇ ਉਹਦਾ ਹੱਥ ਫੜ ਕੇ ਉਹਨੂੰ ਉਠਾ ਲਿਆ ਅਤੇ ਉਹ ਉੱਠ ਖੜਾ ਹੋਇਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਦੋਂ ਪ੍ਰਭੂ ਯੀਸ਼ੂ ਜੀ ਜਦੋਂ ਬਦਰੂਹਾਂ ਨੂੰ ਡਾਂਟਦੇ ਸੀ, ਉਸੇ ਵੇਲੇ ਨਿਕਲ ਜਾਂਦੀਆਂ ਸੀਗੀਆਂ। ਹਾਲੇਲੂਇਆ। ਕਿਉਂ ਨਿਕਲਦੀਆਂ ਸੀ? ਕਿਉਂਕਿ ਉਹਨਾਂ ਦੀ ਲਾਈਫ ਪ੍ਰੇਅਰਫੁਲ ਲਾਈਫ ਹੁੰਦੀ ਹੈ ਸੀਗੀ। ਇਸੇ ਤਰ੍ਹਾਂ ਮੇਰੇ ਭੈਣੋ ਦੇ ਭਰਾਵੋ, ਚਾਹੇ ਕੋਈ ਨਵਾਂ ਦੇਖ ਰਿਹਾ ਇਸ ਵੀਡੀਓ ਨੂੰ, ਚਾਹੇ ਪੁਰਾਣਾ ਦੇਖ ਰਿਹਾ, ਮੇਰੇ ਭੈਣੋ ਭਰਾਵੋ, ਜਦੋਂ ਆਪਾਂ ਪਰਮੇਸ਼ਵਰ ਦੀਆਂ ਵਚਨਾਂ 'ਤੇ ਚੱਲਣ ਲੱਗ ਪੈਂਦੇ ਹਾਂ, ਜਦੋਂ ਆਪਾਂ ਆਪਣੀ ਲਾਈਫ ਪ੍ਰੇਅਰਫੁਲ ਲਾਈਫ ਨੂੰ ਬਣਾਉਂਦੇ ਹਾਂ, ਜਦੋਂ ਆਪਾਂ ਹਰ ਰੋਜ਼ ਪਵਿੱਤਰ ਬਾਈਬਲ ਨੂੰ ਪੜ੍ਹਦੇ ਹਾਂ, ਹੌਲੀ ਹੌਲੀ ਪੜ੍ਹਦੇ ਹਾਂ, ਇੱਕ ਇੱਕ ਵਚਨ ਨੂੰ ਆਪਾਂ ਮੈਡੀਟੇਟ ਕਰਦੇ ਹਾਂ, ਮੰਨਣ ਕਰਦੇ ਹਾਂ, ਉਹ ਵਚਨ ਆਪਣੀ ਜ਼ਿੰਦਗੀ 'ਚ ਆਉਂਦਾ ਆ। ਫਿਰ ਆਪਾਂ ਪ੍ਰਾਰਥਨਾ ਵਿੱਚ ਵੱਧਦੇ ਹਾਂ, ਫਿਰ ਆਪਾਂ ਵਰਤ ਰੱਖਦੇ ਹਾਂ। ਜਦੋਂ ਆਪਾਂ ਤਿੰਨੋਂ ਚੀਜ਼ਾਂ ਕੰਟੀਨਿਊ ਕਰਦੇ ਹਾਂ, ਫਿਰ ਜੋ ਕੰਮ ਪ੍ਰਭੂ ਯੀਸ਼ੂ ਕਰਦਾ ਸੀ, ਉਹੋ ਜਿਹੇ ਕੰਮ ਫਿਰ ਸਾਡੀਆਂ ਜ਼ਿੰਦਗੀਆਂ ਵਿੱਚ ਵੀ ਹੋਣੇ ਸ਼ੁਰੂ ਹੋ ਜਾਂਦੇ ਆ। ਹਾਲੇਲੂਇਆ। ਜਿਸ ਤਰ੍ਹਾਂ ਪ੍ਰਭੂ ਯੀਸ਼ੂ ਜੀ ਕੰਮ ਕਰਦੇ ਸੀ, ਸੰਤ ਪੌਲੁਸ ਕਰਦਾ ਸੀ,
ਉਸੇ ਤਰ੍ਹਾਂ ਅਸੀਂ ਵੀ ਕਰ ਸਕਦੇ ਹਾਂ। ਪਰ ਜਦੋਂ ਸਾਡੀ ਲਾਈਫ ਪਿੱਤਰਤਾਈ ਵਾਲੀ, ਵਫਾਦਾਰੀ ਵਾਲੀ, ਇਮਾਨਦਾਰੀ ਵਾਲੀ ਹੋਵੇ, ਜਦੋਂ ਆਪਾਂ ਆਪਣਾ ਜੀਵਨ ਪੂਰੀ ਤਰ੍ਹਾਂ ਸਰੈਂਡਰ ਕਰਕੇ ਪਰਮੇਸ਼ਵਰ ਨੂੰ ਦਈਏ, ਕਹੀਏ ਪਰਮੇਸ਼ਵਰ ਮੇਰੀ ਜ਼ਿੰਦਗੀ ਨਹੀਂ, ਇਹ ਤੁਹਾਡੀ ਜ਼ਿੰਦਗੀ ਆ, ਤੁਸੀਂ ਮੇਰੀ ਜ਼ਿੰਦਗੀ ਨੂੰ ਇਸਤੇਮਾਲ ਕਰੋ। ਜਦੋਂ ਆਪਾਂ ਆਪਣੇ ਜੀਵਨ ਨੂੰ ਪੂਰੀ ਤਰ੍ਹਾਂ ਆਪਾਂ ਆਪਣੇ ਜੀਵਨ ਨੂੰ ਕੀ ਕਰਦੇ ਹਾਂ, ਆਗਿਆਕਾਰੀ ਬਣਾ ਲੈਂਦੇ ਪਰਮੇਸ਼ਵਰ ਦੇ ਵਿੱਚ। ਪੂਰੀ ਤਰ੍ਹਾਂ ਆਪਾਂ ਆਪਣੀ ਜੀਵਨ ਨੂੰ ਪੂਰੀ ਤਰ੍ਹਾਂ ਪਰਮੇਸ਼ਵਰ ਦੇ ਹੱਥਾਂ 'ਚ ਸਰੈਂਡਰ ਕਰ ਦਿੰਦੇ ਹਾਂ, ਔਰ ਪੂਰੀ ਤਰ੍ਹਾਂ ਆਪਾਂ ਪਰਮੇਸ਼ਵਰ ਦੇ ਪਵਿੱਤਰ ਵਚਨ ਨੂੰ ਫਾਲੋ ਕਰਨ ਲੱਗ ਪੈਂਦੇ ਹਾਂ। ਪੂਰੀ ਤਰ੍ਹਾਂ ਆਪਾਂ ਇੱਕ ਇੱਕ ਵਚਨ 'ਤੇ ਆਪਾਂ ਗੌਰ ਕਰਨ ਲੱਗ ਪੈਂਦੇ ਹਾਂ। ਜਦੋਂ ਆਪਾਂ ਸੋਚਦੇ ਹਾਂ ਵੀ ਨਹੀਂ ਵੀ ਆਪਾਂ ਜੇ ਅਸੀਂ ਪਾਪ ਕਰਦੇ ਹਾਂ, ਪਰਮੇਸ਼ਵਰ ਸਾਨੂੰ ਦੇਖਦਾ ਆ। ਜਦੋਂ ਪਰਮੇਸ਼ਵਰ ਦਾ ਡਰ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਂਦਾ, ਜਦੋਂ ਅਸੀਂ ਸੋਚਦੇ ਹਾਂ ਵੀ ਪਰਮੇਸ਼ਵਰ ਸਾਨੂੰ ਦੇਖਦਾ ਆ, ਅਸੀਂ ਆਹ ਕੰਮ ਨਹੀਂ ਕਰਨਾ, ਜਦੋਂ ਸਾਡੇ ਦੇ ਵਿੱਚ ਮਨ ਵਿੱਚ ਆ ਜਾਂਦੀ ਆ ਕਿ ਪਰਮੇਸ਼ਵਰ ਜੇ ਅਸੀਂ ਆਹ ਗਲਤ ਕੰਮ ਕਰਦੇ ਹਾਂ ਕਿ ਪਰਮੇਸ਼ਵਰ ਸਾਡੇ ਦੂਰ ਤਾਂ ਨਹੀਂ ਹੋ ਜਾਊਗਾ, ਕਿ ਪਰਮੇਸ਼ਵਰ ਸਾਡੇ ਤੋਂ ਨਾਰਾਜ਼ ਤਾਂ ਨਹੀਂ ਹੋ ਜਾਊਗਾ। ਕਿ ਜਦੋਂ ਆਪਾਂ ਦੇਖਣ ਲੱਗ ਪੈਂਦੇ ਹਾਂ ਕਿ ਪਰਮੇਸ਼ਵਰ ਕਿੱਦਾਂ ਖੁਸ਼ ਰਹਿ ਸਕਦਾ ਆ, ਕਿੱਦਾਂ ਪਰਮੇਸ਼ਵਰ ਦੀ ਇੱਛਾ ਨੂੰ ਪੂਰੀ ਕਰ ਸਕਦੇ ਹਾਂ, ਕਿੱਦਾਂ ਪਰਮੇਸ਼ਵਰ ਨਾਲ ਅਸੀਂ ਆਪਣੇ ਸੰਬੰਧ ਵਧਾ ਸਕਦੇ ਹਾਂ। ਜਦੋਂ ਆਪਾਂ ਪ੍ਰਭੂ ਦੇ ਵਚਨਾਂ ਨੂੰ ਫਾਲੋ ਕਰਨ ਲੱਗ ਪੈਂਦੇ ਹਾਂ, ਆਪਣੀ ਜ਼ਿੰਦਗੀ ਨੂੰ ਪਿੱਤਰਤਾਈ ਦੇ ਨਾਲ, ਵਫਾਦਾਰੀ ਦੇ ਨਾਲ ਬਤੀਤ ਕਰਨਾ ਸ਼ੁਰੂ ਕਰਨ ਲੱਗ ਪੈਂਦੇ ਹਾਂ, ਅਸੀਂ ਆਪਣੀ ਜ਼ਿੰਦਗੀ ਨੂੰ, ਸਾਡੇ ਮੁੱਖ ਦੇ ਵਿੱਚੋਂ ਉਹੀ ਗੱਲ ਨਿਕਲਦੀ ਆ ਜੋ ਹੋਰਾਂ ਲਈ ਲਾਭਦਾਇਕ ਹੋਵੇ। ਜਦੋਂ ਅਸੀਂ ਗੰਦੇ ਮਜ਼ਾਕ ਕਰਨੇ ਬੰਦ ਕਰ ਦਿੰਦੇ ਹਾਂ, ਜਦੋਂ ਅਸੀਂ ਨਿੰਦਾ ਚੁਗਲੀ ਬੰਦ ਕਰ ਦਿੰਦੇ ਹਾਂ, ਜਦੋਂ ਅਸੀਂ ਪਵਿੱਤਰ ਵਚਨਾਂ ਦੇ, ਪ੍ਰਭੂ ਦੇ ਵਚਨਾਂ ਨੂੰ, ਹੁਕਮਾਂ ਨੂੰ ਦੀ ਪਾਲਣਾ ਕਰਨ ਲੱਗ ਪੈਂਦੇ ਹਾਂ, ਪ੍ਰਭੂ ਦੀ ਵਾਰਨਿੰਗ ਨੂੰ, ਚੇਤਾਵਨੀ ਨੂੰ ਪੂਰੀ ਤਰ੍ਹਾਂ ਅਸੀਂ ਧਿਆਨ ਕਰਦੇ ਹਾਂ ਕਿ ਪਰਮੇਸ਼ਵਰ ਦੀ ਵਾਰਨਿੰਗ ਆ, ਚੇਤਾਵਨੀ ਆ। ਜਦੋਂ ਅਸੀਂ ਦੇਖਣ ਲੱਗ ਪਏ ਕਿੰਨੇ ਆ ਕਿ ਪਵਿੱਤਰ ਬਾਈਬਲ ਦੇ ਵਿੱਚ ਪਰਮੇਸ਼ਵਰ ਨੇ ਸਾਡੇ ਨਾਲ ਕੀ ਵਾਅਦਾ ਕੀਤਾ, ਪ੍ਰੋਮਿਸ ਕੀਤੇ ਆ, ਅਸੀਂ ਇਸ ਵਾਅਦੇ ਨੂੰ ਕਿੱਦਾਂ ਲੈ ਸਕਦੇ ਹਾਂ, ਅਸੀਂ ਆਪਣੀ ਜ਼ਿੰਦਗੀ ਨੂੰ ਆਗਿਆਕਾਰੀ ਵਿੱਚ ਲਵਾਂਗੇ, ਅਸੀਂ ਲੈ ਸਕਦੇ। ਜਦੋਂ ਆਪਾਂ ਹਰ ਰੋਜ਼ ਪਵਿੱਤਰ ਬਾਈਬਲ ਨੂੰ ਪੜ੍ਹਦੇ ਹਾਂ, ਕੋਈ ਨਾ ਕੋਈ ਮੈਸੇਜ, ਕੋਈ ਨਾ ਕੋਈ ਪ੍ਰਭੂ ਦਾ ਪਵਿੱਤਰ ਵਚਨ ਸਾਡੇ ਨਾਲ ਗੱਲਬਾਤ ਕਰਦਾ ਆ। ਜਦੋਂ ਆਪਾਂ ਪੂਰੀ ਆਪਣੀ ਜ਼ਿੰਦਗੀ ਨੂੰ ਪਰਮੇਸ਼ਵਰ ਦੇ ਹੱਥਾਂ ਵਿੱਚ ਦੇ ਦਿੰਦੇ ਹਾਂ, ਮੇਰੇ ਪਿੰਡ ਪ੍ਰਭੂ, ਫਿਰ ਜਿਸ ਤਰ੍ਹਾਂ ਪ੍ਰਭੂ ਯਿਸੂ ਵੱਡੇ ਵੱਡੇ ਕੰਮ ਕਰਦੇ ਸੀ, ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਕਿ ਤੁਸੀਂ ਵੀ ਇਹ ਤੋਂ ਵੱਡੇ ਪ੍ਰਭੂ ਯਿਸੂ ਨੇ ਕਿਹਾ ਕਿ ਜੋ ਮੈਂ ਕੰਮ ਕੀਤੇ ਆ, ਤੁਸੀਂ ਇਹ ਤੋਂ ਵੱਡੇ ਕੰਮ ਕਰੋਗੇ। ਕਦੋਂ? ਜਦੋਂ ਤੁਸੀਂ ਪਰਮੇਸ਼ਵਰ ਦੇ, ਪ੍ਰਭੂ ਦੇ ਪਵਿੱਤਰ ਵਚਨਾਂ ਨੂੰ ਫਾਲੋ ਕਰੋਗੇ, ਪ੍ਰਾਰਥਨਾ ਭਰਿਆ ਜੀਵਨ ਪੂਰੀ ਤਰ੍ਹਾਂ ਬਤੀਤ ਕਰੋਗੇ, ਬਾਈਬਲ ਦੇ ਵਿੱਚ ਵਧੋਗੇ, ਫਾਸਟਿੰਗ ਦੇ ਵਿੱਚ ਵਧੋਗੇ, ਦਿਨ ਪਰ ਦਿਨ ਜਦੋਂ ਤੁਸੀਂ ਵੱਧਦੇ ਜਾਓਗੇ, ਫਿਰ ਕੀ ਹੋਵੇਗਾ? ਤੁਹਾਡੀ ਲਾਈਫ ਪ੍ਰੇਅਰਫੁਲ ਲਾਈਫ ਹੋ ਜਾਏਗੀ। ਫਿਰ ਤੁਸੀਂ ਜੋ ਤੁਸੀਂ ਕਹੋਗੇ ਉਹ ਹੋਵੇਗਾ। ਪਰ ਪਰਮੇਸ਼ਵਰ ਦੇ ਵਚਨਾਂ ਦੇ ਵਿੱਚ ਹੋ ਕੇ ਆਪਾਂ ਪਰਮੇਸ਼ਵਰ ਦਾ ਚੰਗਾ ਪ੍ਰਚਾਰ ਕਰਾਂਗੇ, ਪਰਮੇਸ਼ਵਰ ਦੇ ਕਿਰਪਾ ਦੇ ਨਾਲ ਹੋਰ ਰੂਹਾਂ ਨੂੰ ਵੀ ਆਪਾਂ ਜਿੱਤਾਂਗੇ। ਆਪਾਂ ਤਾਂ ਹੀ ਜਿੱਤ ਸਕਦੇ ਹਾਂ ਕਿ ਜਦੋਂ ਪੂਰੀ ਤਰ੍ਹਾਂ ਆਪਣੇ ਕੋਲ ਪਵਿੱਤਰ ਬਾਈਬਲ ਦਾ ਗਿਆਨ ਹੋਵੇ, ਪੂਰੀ ਤਰ੍ਹਾਂ ਆਪਾਂ ਪਰਮੇਸ਼ਵਰ ਦੀ ਆਗਿਆਕਾਰੀ ਵਿੱਚ ਹੋ ਕੇ ਵੱਡੇ ਕੰਮ ਕਰਕੇ, ਫਿਰ ਵੀ ਆਪਾਂ ਆਪਣੇ ਜੀਵਨ ਨੂੰ ਪੂਰੀ ਤਰ੍ਹਾਂ ਹਲੀਮੀਅਤ ਦੇ ਨਾਲ ਨਮਰ ਹੋ ਕੇ ਬਤੀਤ ਕਰੀਏ। ਫਿਰ ਪਰਮੇਸ਼ਵਰ ਦੇ ਪਵਿੱਤਰ ਵਚਨ ਵਿੱਚ ਲਿਖਿਆ ਕਿ ਜਦੋਂ ਤੁਸੀਂ ਨੀਵੇਂ ਹੋ ਕੇ ਚੱਲੋਗੇ, ਮੈਂ ਤੁਹਾਨੂੰ ਉੱਚਾ ਕਰੂੰਗਾ। ਪਰਮੇਸ਼ਵਰ ਸਾਨੂੰ ਉੱਚਾ ਕਰਨਾ ਚਾਹੁੰਦੇ ਆ। ਪਰਮੇਸ਼ਵਰ ਸਾਡੀ ਜ਼ਿੰਦਗੀ ਨੂੰ ਆਪਣੇ ਕੰਮਾਂ 'ਚ ਇਸਤੇਮਾਲ ਕਰਨਾ ਚਾਹੁੰਦੇ ਆ। ਸਿਰਫ ਮੈਨੂੰ ਨਹੀਂ, ਮੇਰੇ ਭੈਣ ਪ੍ਰਭੂ, ਪਰਮੇਸ਼ਵਰ ਤੁਹਾਨੂੰ ਵੀ ਇਸਤੇਮਾਲ ਕਰਨ ਕੇ ਮੇਰੇ ਪ੍ਰਭੂ ਦਾ ਧੰਨਵਾਦ ਕਰਦਾ ਕਿ ਫਿਲੀਪੀਨ ਦੇ ਵਿੱਚ ਮੈਨੂੰ 8 ਸਾਲ ਹੋ ਗਏ ਕਿ ਪਰਮੇਸ਼ਵਰ ਮੈਨੂੰ ਆਪਣੀ ਸੇਵਕਾਈ ਲਈ ਇਸਤੇਮਾਲ ਕਰ ਰਿਹਾ। ਸਾਡੀ ਚਰਚ ਨੂੰ 8 ਸਾਲ ਹੋ ਗਏ ਆ, ਅਸੀਂ ਫਿਲੀਪੀਨ ਦੇ ਵਿੱਚ ਰਹਿ ਰਹੇ ਹਾਂ। ਮੇਰੇ ਪਰਮੇਸ਼ਵਰ, ਮੈਂ ਦੁਆ ਕਰਦਾ, ਮੈਨੂੰ ਪਤਾ ਆ ਕਿ ਜਿਸ ਵੀ ਤੁਸੀਂ ਕੰਟਰੀ ਵਿੱਚ ਹੋਵੋਗੇ, ਚਾਹੇ ਇੰਡੀਆ, ਚਾਹੇ ਅਮਰੀਕਾ, ਚਾਹੇ ਕੈਨੇਡਾ, ਜਿਸ ਵਿੱਚ ਵੀ ਤੁਸੀਂ ਰਹੋਗੇ, ਜਿਸ ਤਰ੍ਹਾਂ ਮੈਂ ਅੱਜ ਤੁਹਾਨੂੰ ਦੱਸ ਰਿਹਾ ਹਾਂ, ਜੇ ਤੁਸੀਂ ਉਸੇ ਤਰ੍ਹਾਂ ਆਪਣੀ ਜ਼ਿੰਦਗੀ ਬਤੀਤ ਕਰੋਗੇ, ਪਰਮੇਸ਼ਵਰ ਤੁਹਾਨੂੰ ਉਸੇ ਦੇਸ਼ ਵਿੱਚ ਇਸਤੇਮਾਲ ਕਰੇਗਾ। ਪਰਮੇਸ਼ਵਰ ਤੁਹਾਡੀ ਜ਼ਿੰਦਗੀ 'ਚ ਵੱਡੇ ਕੰਮ ਕਰੇਗਾ। ਜਦੋਂ ਆਪਾਂ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਵਿਸ਼ਵਾਸ ਦੇ ਨਾਲ ਆਪਣੀ ਜ਼ਿੰਦਗੀ ਨੂੰ ਸਰੈਂਡਰ ਕਰ ਦਿੰਦੇ ਪਰਮੇਸ਼ਵਰ ਤੁਹਾਨੂੰ ਇਸਤੇਮਾਲ ਕਰੇਗਾ। ਗਾਡਸ ਟਾਈਮ ਇਜ਼ ਦਾ ਬੈਸਟ ਟਾਈਮ। ਪਰਮੇਸ਼ਵਰ ਤੁਹਾਨੂੰ ਇਸਤੇਮਾਲ ਕਰੇਗਾ। ਗੁੱਡ, ਬੈਟਰ ਔਰ ਬੈਸਟ ਕਰੇਗਾ ਪਰਮੇਸ਼ਵਰ ਸਾਡੇ ਲਈ, ਕਿਉਂਕਿ ਸਾਡਾ ਪਰਮੇਸ਼ਵਰ ਬੈਸਟ ਪਰਮੇਸ਼ਵਰ ਆ। ਅੱਜ ਮੈਂ ਵਿਸ਼ਵਾਸ ਕਰਦਾ ਕਿ ਅੱਜ ਦਾ ਪਿੱਤਰ ਵਚਨ, ਮੈਂ ਦੁਆ ਕਰਦਾ ਕਿ ਅੱਜ ਦਾ ਪਿੱਤਰ ਵਚਨ ਸਾਰੇ ਜਿੰਨੇ ਭੈਣ ਭਰਾ ਅੱਜ ਦੇਖ ਰਹੇ ਆ, ਅੱਜ ਦਾ ਵਚਨ ਸਭ ਨੂੰ ਛੂਵੇ, ਸਭ ਦੀਆਂ ਜ਼ਿੰਦਗੀਆਂ 'ਚ ਕੰਮ ਕਰੇ। ਅੱਜ ਦਾ ਵਚਨ ਪਵਿੱਤਰ ਆਤਮਾ ਮੇਰੇ ਮੁੱਖ ਦੇ ਜ਼ਰੀਏ ਵਿੱਚ ਦੀ ਹੋ ਕੇ ਤੁਹਾਡੇ ਨਾਲ ਗੱਲਬਾਤ ਕਰੇ, ਤੁਹਾਨੂੰ ਛੂਵੇ, ਸਿਰ ਦੇ ਬਾਲਾਂ ਤੋਂ ਲੈ ਕੇ ਪੈਰਾਂ ਦੇ ਨੋਹਾਂ, ਪੈਰਾਂ ਦੇ ਤਲੀਆਂ ਤੱਕ। ਆਓ ਆਪਾਂ ਪ੍ਰਾਰਥਨਾ ਕਰਦੇ ਹਾਂ। ਸਵਰਗੀ ਪਿਤਾ ਜੀ, ਪ੍ਰਭੂ ਯਿਸੂ ਜੀ, ਪਵਿੱਤਰ ਆਤਮਾ ਜੀ, ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਪਿਆਰੇ ਪ੍ਰਭੂ ਯਿਸੂ, ਜੋ ਵੀ ਮੇਰੇ ਭੈਣ ਭਰਾ ਅੱਜ ਦੇ ਪਿੱਤਰ ਵਚਨ ਨੂੰ ਪ੍ਰਭੂ ਸੁਣ ਰਹੇ ਆ, ਤੁਸੀਂ ਉਹਨਾਂ ਨੂੰ ਬਲੈਸ ਕਰੋ। ਸਿਰ ਦੇ ਬਾਲਾਂ ਤੋਂ ਲੈ ਕੇ ਪੈਰਾਂ ਦੇ ਨੋਹਾਂ, ਪੈਰਾਂ ਦੀਆਂ ਤਲੀਆਂ ਤੱਕ ਆਪਣੇ ਅਭਿਸ਼ੇਕ ਨਾਲ ਭਰ ਦਿਓ, ਆਪਣੀ ਸਾਮਰਥ ਨਾਲ ਭਰ ਦਿਓ, ਆਪਣੇ ਮਸਲ ਨਾਲ ਭਰ ਦਿਓ। ਪ੍ਰਭੂ ਜੀ, ਅੱਜ ਜੋ ਵੀ ਕੋਈ ਵਿਰੋਧੀ ਤਾਕਤ, ਜੋ ਕਿ ਅੰਧੇ ਗੂੰਗੀ ਬਹਿਰੀ ਸ਼ਕਤੀਆਂ ਜਾਂ ਕੋਈ ਵਿਰੋਧੀ ਸ਼ਕਤੀਆਂ
ਪਿਤਾ ਮੈਂ ਸਾਡੇ ਭੈਣ ਭਰਾਵਾਂ ਨੂੰ ਚੁੰਬੜੀਆਂ ਜੋ ਪ੍ਰਭੂ ਜੀ ਪਿਤਾ ਪਰਮੇਸ਼ਵਰ ਉਹਨਾਂ ਦੀ ਜ਼ਿੰਦਗੀ ਨੂੰ ਬਰਬਾਦ ਕਰ ਰਹੀਆਂ। ਪਿਤਾ ਪਰਮੇਸ਼ਵਰ ਜੋ ਦੁਸ਼ਟ ਆਤਮਾ ਪਿਤਾ ਪਰਮੇਸ਼ਵਰ ਜੋ ਨਹੀਂ ਚਾਹੁੰਦੀਆਂ ਕਿ ਪ੍ਰਭੂ ਜੀ ਪਿੱਤਰ ਬਾਬਲ ਨਾ ਪੜ੍ਹਨ, ਨਾ ਪ੍ਰਾਰਥਨਾ ਕਰਨ, ਨਾ ਫਾਸਟਿੰਗ, ਉਸ ਭੈੜੀਆਂ ਗੰਦੀਆਂ ਦੁਸ਼ਟ ਆਤਮਾ ਨੂੰ ਯਿਸੂ ਰਾਹੀਂ ਮੈਂ ਤੁਹਾਡੇ ਪਾਪ ਪਿਤਾ ਨੂੰ ਬੰਧਨਾ, ਮੈਂ ਤੁਹਾਡੇ ਨਾਂ ਵੀ ਡਾਂਟਦਾ ਆਊਟ ਇਨ ਦਾ ਮਾਈਟੀ ਨੇਮ ਆਫ ਜੀਸਸ ਕ੍ਰਾਈਸਟ। ਪਿੱਤਰ ਆਤਮਾ ਜੀ ਤੁਸੀਂ ਇਕੱਲੇ ਇਕੱਲੇ ਭੈਣ ਭਰਾ ਨੂੰ ਛੂਵੋ। ਪਿੱਤਰ ਆਤਮਾ ਜੀ ਆਪਣੇ ਅਭਿਸ਼ੇਕ ਨਾ ਭਰੋ, ਆਪਣੀ ਮਸਾ ਨਾ ਭਰੋ, ਆਪਣੀ ਸਾਮਤ ਨਾ ਭਰੋ। ਪਵਿੱਤਰ ਆਤਮਾ ਜੀ ਜਿੰਨੇ ਵੀ ਭੈਣ ਭਰਾ ਇਸ ਪ੍ਰੋਗਰਾਮ ਦੇਖ ਰਹੇ ਆ ਪ੍ਰਭੂ ਜੀ ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਤੁਸੀਂ ਉਹਨਾਂ ਦੀ ਲਾਈਫ ਨੂੰ ਪ੍ਰੇਅਰਫੁਲ ਲਾਈਫ ਬਣਾ ਦੇਵੋ। ਉਹਨਾਂ ਨੂੰ ਆਪਣੀ ਡਬਲ ਅਨੋਇੰਟਿੰਗ, ਡਬਲ ਪਾਵਰ, ਡਬਲ ਪ੍ਰੈਸੈਸ ਨਾਲ ਭਰ ਦੇਵੋ। ਪਿਤਾ ਪਰਮੇਸ਼ਵਰ ਮੈਂ ਤੁਹਾਡੀ ਹਜ਼ੂਰੀ ਨੂੰ ਮੰਗਦਾ ਹਾਂ ਪ੍ਰਭੂ ਤੁਸੀਂ ਸਭ ਨੂੰ ਛੂਵੋ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ। ਪ੍ਰਭੂ ਯੀਸ਼ੂ ਰਾਜਾ ਜੀ ਜਿਸ ਨੂੰ ਤੁਹਾਡਾ ਪਿੱਤਰ ਆਤਮਾ ਛੂੰਹਦਾ ਸੀ ਪ੍ਰਭੂ ਜੀ ਵੱਡੇ ਵੱਡੇ ਕੰਮ ਹੋ ਜਾਂਦੇ ਲੋਕਾਂ ਦੇ ਵਿੱਚ। ਪਿਤਾ ਪਰਮੇਸ਼ਵਰ ਜਿਸ ਨੂੰ ਤੁਸੀਂ ਫਿਜ਼ੀਕਲੀ ਛੂੰਹਦੇ ਸੀਗੇ ਪਿਤਾ ਪਰਮੇਸ਼ਵਰ ਉਹ ਚੰਗੇ ਹੋ ਜਾਂਦੇ ਸੀਗੇ। ਪ੍ਰਭੂ ਜੀ ਅੰਨੇ ਦੇਖਦੇ ਸੀਗੇ। ਪਿਤਾ ਪਰਮੇਸ਼ਵਰ ਬੋਲੇ ਸੁਣਦੇ ਸੀ, ਲੰਗੜੇ ਤੁਰਦੇ ਸੀ, 4-4 ਦਿਨਾਂ ਦੇ ਮੁਰਦੇ ਜੀਂਦੇ ਹੋ ਜਾਂਦੇ ਸੀ। ਅੱਜ ਪਵਿੱਤਰ ਆਤਮਾ ਜੀ ਤੁਹਾਡੀ ਸਹਾਇਤਾ ਦੇ ਨਾਲ ਵੱਡੇ ਵੱਡੇ ਕੰਮ ਲੋਕਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਹੋ ਜਾਣ। ਪ੍ਰਭੂ ਤਾਂ ਤੁਸੀਂ ਇਕੱਲੇ ਇਕੱਲੇ ਨੂੰ ਛੂਵੋ, ਇਕੱਲੇ ਇਕੱਲੇ ਜ਼ਿੰਦਗੀਆਂ 'ਚ ਕੰਮ ਕਰੋ। ਪਿਤਾ ਪਰਮੇਸ਼ਵਰ ਪ੍ਰਭੂ ਯੀਸ਼ੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰਭੂ ਯੀਸ਼ੂ ਮਸੀਹ ਦੇ ਮਿੱਠੇ ਦੇ ਪਿਆਰੇ ਜਿੰਦਾ ਨਾਮ 'ਚ ਮੰਗਦੇ ਹਾਂ, ਆਮੀਨ ਆਮੀਨ। ਸੋ ਮੇਰੇ ਭੈਣੋ ਤੇ ਭਰਾਵੋ ਮੈਂ ਪ੍ਰਭੂ ਯੀਸ਼ੂ ਦਾ ਬਹੁਤ ਧੰਨਵਾਦ ਕਰਦਾ ਕਿ ਪਰਮੇਸ਼ਵਰ ਨੇ ਤੁਹਾਨੂੰ ਜਿੰਨੇ ਪ੍ਰੋਗਰਾਮ ਦੇਖ ਰਿਹਾ ਪ੍ਰਭੂ ਨੇ ਤੁਹਾਨੂੰ ਛੂਹਿਆ। ਮੈਂ ਵਿਸ਼ਵਾਸ ਕਰਦਾ ਹਾਂ ਕਿ ਜੋ ਪ੍ਰੋਗਰਾਮ ਦੇਖਣਗੇ ਪਰਮੇਸ਼ਵਰ ਤੁਹਾਨੂੰ ਜ਼ਿੰਦਗੀ ਨੂੰ ਛੂਹੇ, ਤੁਹਾਡੀ ਜ਼ਿੰਦਗੀ ਦੀ ਲਾਈਫ ਨੂੰ ਬਦਲ ਦੇਣਗੇ। ਮੈਂ ਵਿਸ਼ਵਾਸ ਕਰਦਾ ਹਾਂ ਪ੍ਰਭੂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਆ ਔਰ ਮੈਂ ਤੁਹਾਡੇ ਲਈ ਕੰਟੀਨਿਊ ਪ੍ਰਾਰਥਨਾ ਕਰਦਾ ਰਹੂੰਗਾ। ਜੇ ਤੁਹਾਨੂੰ ਇਹ ਪ੍ਰੋਗਰਾਮ ਚੰਗਾ ਲੱਗੇ ਪਲੀਜ਼ ਤੁਸੀਂ ਇਹਨੂੰ ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ। ਇਹ ਤੁਹਾਡਾ ਆਪਣਾ ਚੈਨਲ ਆ। ਮੈਂ ਤੁਹਾਡੇ ਵਾਸਤੇ ਕੰਟੀਨਿਊ ਪ੍ਰਾਰਥਨਾ ਕਰਦਾ ਪ੍ਰਭੂ ਤੁਹਾਨੂੰ ਬਹੁਤ ਜ਼ਿਆਦਾ ਪਿਆਰ ਕਰ ਦੇਗਾ। ਪ੍ਰਭੂ ਤੁਹਾਨੂੰ ਕਦੀ ਛੱਡੇਗਾ ਨਹੀਂ, ਤਿਆਗੇਗਾ ਨਹੀਂ। ਮੇਰੇ ਵੱਲੋਂ ਸਾਰੇ ਭੈਣ ਭਰਾ ਨੂੰ ਜੈ ਮਸੀਹ ਦੀ, ਆਮੀਨ।